ਆਮ ਪੰਜਾਬ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਕਿਸਾਨ ਜਥੇਬੰਦੀਆਂ ਵੱਲੋਂ ਥਾਂ ਥਾਂ ਤੇ ਮੁਜ਼ਾਹਰੇ ਹੋ ਰਹੇ ਹੈ, ਇਤਜਾਜ ਹੋ ਰਿਹਾ ਹੈ ਕਿ ਜਿਹੜੇ ਕ੍ਰਿਸ਼ੀ ਆਰਡੀਨੈਂਸਸ ਹੈ ਹੁਣ ਤਾਂ ਸ਼ਾਇਦ ਉਹ ਬਿੱਲ ਦੀ ਸ਼ਕਲ ਇਖਤਿਆਰ ਕਰ ਗਏ ਹੋਣੇ ਆ ਉਹਨਾਂ ਤੇ ਜੋ ਪੰਜਾਬ ਤੋਂ ਰੱਦੇ ਅਮਲ ਆਇਆ ਉਹ ਬੜਾ ਸ਼ਦੀਦ ਆਇਆ ਔਰ ਇਹਦੀ ਵਜ੍ਹਾ ਇਹ ਹੈ ਕਿ ਪੰਜਾਬ ਜਿਹੜਾ ਇਹ ਨੈਸ਼ਨਲ ਜਿਹੜਾ ਫੂਡ ਸਿਕਿਉਰਿਟੀ ਪੂਲ ਹੈ ਇਹਦੇ 'ਚ 22% ਦਾ ਚਾਵਲ ਜਿਹੜਾ 1/4 ਚਾਵਲ ਉਹ ਪੰਜਾਬ ਤੋਂ ਜਾਂਦਾ ਹੈ ਤੇ 34% ਜਿਹੜੀ ਕਣਕ ਹੈ ਉਹ ਵੀ ਪੰਜਾਬ ਤੋਂ ਜਾਂਦੀ ਹੈ। 1961-62 ਤੋਂ ਪੰਜਾਬ ਦੇ ਵਿੱਚ ਇੱਕ APMC ਐਗਰੀਕਲਚਰਲ ਮਾਰਕੀਟਿੰਗ ਐਗਰੀਕਲਚਰਲ ਪ੍ਰੋਡਿਊਸ ਮਾਰਕੀਟਿੰਗ ਕਮੇਟੀਜ਼ ਬਣੀਆਂ ਹੋਈਆਂ। ਇਹ ਪਿਛਲੇ 60 ਸਾਲ ਤੋਂ ਤਕਰੀਬਨ ਇੱਕ ਜਿਹੜਾ ਜਿਹਨੂੰ ਅੰਗਰੇਜ਼ੀ ਚ ਕਹਿੰਦੇ ਆ ਦੇ ਹੈਵ ਸਟੂਡ ਦ ਟੈਸਟ ਆਫ ਟਾਈਮ ਔਰ ਹਿੰਦੁਸਤਾਨ ਦੀ ਜਿਹੜੀ ਜਿਹਨੂੰ ਆਪਾਂ ਫੂਡ ਸਿਕਿਉਰਿਟੀ ਕਹਿੰਦੇ ਆ ਉਹਦੇ ਵਿੱਚ ਇਹ ਪੰਜਾਬ ਤੇ ਹਰਿਆਣਾ ਕਿਉਂਕਿ ਪਹਿਲਾਂ ਤਾਂ ਇੱਕੋ ਹੀ ਖਿੱਤਾ ਹੁੰਦਾ ਸੀ ਉਹਨੇ ਦੇ ਦੋ ਨਾਂ ਹੋ ਗਏ ਆ ਇਹਨਾਂ ਨੇ ਹਿੰਦੁਸਤਾਨ ਨੂੰ ਇੱਕ ਕਿਸਮ ਦਾ ਆਤਮ ਨਿਰਭਰ ਕੀਤਾ ਸੀਗਾ। ਅੱਜ ਤਕਰੀਬਨ 60 ਸਾਲ ਤੋਂ ਬਾਅਦ ਹਿੰਦੁਸਤਾਨ ਦੀ ਪਾਰਲੀਮੈਂਟ ਦੇ ਵਿੱਚ ਉਸ ਨਾਲ ਛੇੜਛਾੜ ਹੋਣ ਦੀ ਜਿਹੜੀ ਕੋਸ਼ਿਸ਼ ਹੈ ਔਰ ਬਹੁਤ ਸਾਰੇ ਲੋਕ ਜਿਹੜੇ ਹੈ ਉਹ ਕਿਉਂਕਿ ਕਈਆਂ ਨੇ ਇਹ ਆਰਡੀਨੈਂਸਸ ਪੜ੍ਹੇ ਨਹੀਂ ਇਹਨਾਂ ਦੇ ਕੀ ਅਸਰਾਤ ਹੋਣਗੇ ਉਹ ਨਹੀਂ ਪਤਾ। ਸੋ ਪੰਜਾਬ ਨੂੰ ਜਾਂ ਪੰਜਾਬ ਦੀ ਸਰਕਾਰ ਨੂੰ ਜਾਂ ਪੰਜਾਬ ਦੇ ਕਿਸਾਨਾਂ ਨੂੰ ਜਿਹੜਾ ਸਭ ਤੋਂ ਵੱਡਾ ਇਤਰਾਜ਼ ਹੈ ਕਿ ਇਹਦੇ ਵਿੱਚ ਜਿਹੜੀ ਖੇਤੀਬਾੜੀ ਜਿਹੜੀਆਂ ਜਿਨਸਾਂ ਹੁੰਦੀਆਂ ਜਿਵੇਂ ਕਣਕ ਤੇ ਝੋਨਾ ਹੈ ਅੱਜ ਤੱਕ ਤਾਂ ਇਹ ਜਿਹੜੇ ਪੰਜਾਬ ਸਰਕਾਰ ਵੱਲੋਂ ਮਨਜ਼ੂਰ ਸ਼ੁਦਾ ਜਾਂ ਤੈਅਸ਼ੁਦਾ ਜਿਹੜੇ ਮਾਰਕੀਟਿੰਗ ਯਾਰਡ ਹੈ ਉੱਥੇ ਹੀ ਵਿਕ ਸਕਦੇ ਸੀ। ਇਹ ਜਿਹੜਾ ਨਵਾਂ ਐਕਟ ਹੈ ਇਹ ਕਹਿੰਦਾ ਹੈ ਵੀ ਇਹ ਜ਼ਰੂਰੀ ਨਹੀਂ ਹੈ ਕਿ ਕਿਸਾਨ ਜਿਹੜਾ ਹੈ ਆਪਣੀ ਜਿਹੜੀ ਹੈ ਫਸਲ ਜਿਹੜੀ ਹੈ ਉਹ ਸਰਕਾਰ ਦਾ ਜਿਹੜਾ ਰੈਗੂਲੇਟਡ ਜਾਂ ਜਿਹੜਾ ਮੰਡੀ ਯਾਰਡ ਹੈ ਉੱਥੇ ਲਿਆਂਦੀ ਜਾਵੇ। ਦੂਸਰਾ ਇਹਦੇ 'ਚ ਹੈ ਕਿ ਜਿਹੜੇ ਵੀ ਆਪਣੇ ਜਿਹੜੀ ਜਿਣਸ ਆਉਂਦੀ ਹੈ ਉਹਦੇ ਤੇ ਮੰਡੀ ਫੀਸ ਵਗੈਰਾ ਲੱਗਦੀ ਹੈ ਤੇ ਇਹ ਜਿਹੜਾ ਨਵਾਂ ਐਕਟ ਹੈ ਇਹ ਕਹਿ ਰਿਹਾ ਕਿ ਮੰਡੀ ਫੀਸ ਦੇਣ ਦੀ ਕੋਈ ਜ਼ਰੂਰਤ ਨਹੀਂ। ਤੀਸਰਾ ਇਹਦੇ 'ਚ ਇਹ ਵੀ ਹੈ ਕਿ ਜੋ ਵੀ ਪੰਜਾਬ ਦੇ ਵਿੱਚ ਫਸਲ ਖਰੀਦਦਾ ਜਾਂ ਵੇਚਦਾ ਖਰੀਦਦਾ ਉਹਨੂੰ ਇੱਕ ਲਾਇਸੈਂਸ ਲੈਣ ਦੀ ਜ਼ਰੂਰਤ ਹੁੰਦੀ ਸੀ। ਇਹ ਨਵਾਂ ਜਿਹੜਾ ਐਕਟ ਹੈ ਉਹ ਕਹਿ ਰਿਹਾ ਕਿ ਇਹਨੂੰ ਕੋਈ ਵੀ ਬੰਦਾ ਆਪਣੇ ਪੈਨ ਕਾਰਡ ਨਾਲ ਜਿਹਦੇ ਕੋਲ ਪੈਨ ਕਾਰਡ ਹੈ ਆਪਣੇ ਪੈਨ ਕਾਰਡ ਨਾਲ ਉਹ ਵਪਾਰ ਕਰ ਸਕਦਾ ਉਹਨੂੰ ਲਾਇਸੈਂਸ ਲੈਣ ਦੀ ਜ਼ਰੂਰਤ ਨਹੀਂ ਹੈ। ਤੇ ਜੇ ਕੋਈ ਕਿਸਾਨ ਦਾ ਜਾਂ ਵਪਾਰੀ ਦਾ ਜਾਂ ਜਿਹੜਾ ਵੀ ਕੋਈ ਖਰੀਦ ਰਿਹਾ ਉਹਦਾ ਕੋਈ ਝਗੜਾ ਹੁੰਦਾ ਹੈ ਜਾਂ ਉਹਦਾ ਕੋਈ ਵਾਦ ਵਿਵਾਦ ਹੁੰਦਾ ਹੈ ਜਾਂ ਉਹਦੇ 'ਚ ਕੋਈ ਕਿਸੇ ਕੰਟਰੈਕਟ ਦੇ ਵਿੱਚ ਕੋਈ ਮਤਲਬ ਇਖਤਲਾਫਾਤ ਹੁੰਦੇ ਆ ਤਾਂ ਫਿਰ ਉਹਦਾ ਨਿਪਟਾਰਾ ਜਿਹੜਾ SDM ਕਰੇ ਸਬ ਡਿਵੀਜ਼ਨਲ ਮੈਜਿਸਟ੍ਰੇਟ ਕਰੇਗਾ। ਸੋ ਪੰਜਾਬ ਨੂੰ ਜਿਹੜਾ ਸਭ ਤੋਂ ਵੱਡਾ ਤਾਂ ਇਹੀ ਹੈ ਕਿ ਸਾਨੂੰ ਇਹ ਸ਼ੱਕ ਪੈ ਰਿਹਾ ਕਿ ਇਹ ਜਿਹੜਾ MSP ਜਿਹੜਾ ਪੰਜਾਬ ਦੇ ਵਿੱਚੋਂ ਅਨਲਿਮਿਟਿਡ ਪ੍ਰੋਡਿਊਸ ਦੀ ਜਿਹੜੀ ਮਿਨੀਮਮ ਸਪੋਰਟ ਪ੍ਰਾਈਸ ਹੈ ਇਹਨੂੰ ਖਤਮ ਕਰਨ ਦਾ ਇਹ ਪਹਿਲਾ ਸਟੈਪ ਹੈ। ਸਾਨੂੰ ਇਹ ਵੀ ਡਰ ਹੈ ਕਿ ਪੰਜਾਬ 'ਚ ਜਿਹੜੀ ਮੰਡੀ ਫੀਸ ਮਾਰਕੀਟ ਫੀਸ ਵਗੈਰਾ ਲੱਗਦੀ ਹੈ ਇਹ ਤਕਰੀਬਨ 4000 ਕਰੋੜ ਰੁਪਇਆ ਹਰ ਸਾਲ ਇਹ ਸਰਕਾਰ ਦੇ ਖਜ਼ਾਨੇ 'ਚ ਆਉਂਦਾ। ਜੇ ਇਹ ਸਰਕਾਰ ਦੇ ਖਜ਼ਾਨੇ 'ਚ ਨਾ ਆਇਆ ਇਹਦਾ ਮਤਲਬ ਜਿਹੜੀਆਂ ਰੂਰਲ ਰੋਡਸ ਹੈ ਜਿਹੜੀਆਂ ਦਿਹਾਤੀ ਸੜਕਾਂ ਹੈ ਜਾਂ ਮੰਡੀਆਂ ਹੈ ਇਹ ਤਕਰੀਬਨ 65000 ਕਿਲੋਮੀਟਰ ਸੜਕ ਹੈ ਇਹਦੀ ਜਿਹੜੀ ਮੇਨਟੇਨੈਂਸ ਹੈ ਇਹ ਸਾਰੀ ਖਤਮ ਹੋ ਜਾਏਗੀ। ਕੋਈ ਵੀ ਪ੍ਰਾਈਵੇਟ ਵਪਾਰੀ ਜਿਹੜਾ ਬਿਨਾਂ ਫੀਸ ਦਿੱਤੇ ਬਿਨਾਂ ਸਾਡੇ ਰੂਰਲ ਇਨਫਰਾਸਟ੍ਰਕਚਰ ਜਾਂ ਮੰਡੀਆਂ 'ਚ ਇਨਵੈਸਟ ਕਰੇ ਤੇ ਉਹ ਇੱਥੋਂ ਜਾ ਸਕਦਾ। ਸਭ ਮੇਰੇ ਤਾਂ ਬੜੇ ਸਾਦੇ ਜਿਹੇ ਸਵਾਲ ਹੈ ਜਿਹੜੇ ਲੋਕ ਇਹਦੀ ਹਿਮਾਇਤ ਕਰ ਰਹੇ ਆ। ਸਭ ਤੋਂ ਪਹਿਲਾਂ ਤਾਂ ਸਵਾਲ ਇਹ ਹੈ ਕਿ ਐਗਰੀਕਲਚਰਲ ਪ੍ਰੋਸੈਸਿੰਗ ਐਗਰੀਕਲਚਰਲ ਮਾਰਕੀਟਿੰਗ ਇਹ ਜਿਹੜਾ ਹਿੰਦੁਸਤਾਨ ਦਾ ਸੰਵਿਧਾਨ ਹੈ ਇਹਦੇ ਵਿੱਚ ਇਹ ਸਟੇਟ ਸਬਜੈਕਟ ਹੈ। ਇਹ ਗਵਰਨਮੈਂਟ ਆਫ ਇੰਡੀਆ ਦਾ ਸਬਜੈਕਟ ਨਹੀਂ ਹੈ। ਜਿਵੇਂ ਪੁਲਿਸ ਜਿਹੜਾ ਹੈ ਉਹ ਸਟੇਟ ਸਬਜੈਕਟ ਹੈ, ਸਕੂਲ ਐਜੂਕੇਸ਼ਨ ਹੈ ਸਟੇਟ ਸਬਜੈਕਟ, ਉਸੇ ਤਰ੍ਹਾਂ ਐਗਰੀਕਲਚਰ ਮਾਰਕੀਟਿੰਗ ਐਗਰੀਕਲਚਰ ਇਹ ਸਟੇਟ ਸਬਜੈਕਟ ਹੈ। ਇਹਦੇ ਸੈਂਟਰ ਨੂੰ ਦਖਲ ਦੇਣ ਦੀ ਜ਼ਰੂਰਤ ਕੀ ਪਈ। ਦੂਸਰਾ ਸੈਂਟਰ ਤੋਂ ਇਹ ਵੀ ਅਸੀਂ ਪੁੱਛਦੇ ਹਾਂ ਖਾਸ ਕਰਕੇ ਪੰਜਾਬ ਦੇ ਕਿਸਾਨ ਪੁੱਛਦੇ ਹਾਂ ਅਸੀਂ ਕਿ ਇਹ ਬਿਆਨ ਦੇਣ ਤੋਂ ਕਿਉਂ ਕੁਤਰਾ ਰਹੇ ਹੈ
कि MSP पंजाब ते हरियाणे अनइंटरप्टेड अनलिमिटेड जिहड़ी है जिवें पहला उवें चालू रहेगी। ये बयान जिहड़ा है कि गवर्नमेंट ऑफ इंडिया देण तो मुनकर है, इस करके सानू ये डर लग रहा है कि ये MSP तो मुकर जाणगे। मैं प्रेस नूं याद कराउंदा जावां क्योंकि मैं फाइनैंस मिनिस्टर है। सानू जो GST लागू किया सी, सानू एक तो हुंदा कि गवर्नमेंट ने पार्लीमेंट च इंश्योरेंस दी है, पार्लीमेंट तो इलावा जो कॉन्स्टिट्यूशन अमेंडमेंट हुई तो कॉन्स्टिट्यूशन दे विच ये दर्ज किया गया कि जे किसी स्टेट नूं घाटा पेगा GST दे आउण नाल तो असीं इहनूं कंपनसेशन देवांगे। अज मैं जिंदा तुहाडे सामने खड़ा है, अज गवर्नमेंट ऑफ इंडिया उस कंपनसेशन तो मुकर रही है जिहड़ी कि एक कॉन्स्टिट्यूशन का हिस्सा है। सो अज मैनू पार्लीमेंट दे विच कोई एग्रीकल्चर मिनिस्टर या प्राइम मिनिस्टर कुछ गल कहंदा तो मैनू उस गल ते यकीन नहीं, क्योंकि GST दे विच जे कॉन्स्टिट्यूशन तो मुकर सकते हैं तो पार्लीमेंट दे विच बह के कोई भी बयान दिता उस तो भी मुकर सकते हैं। सब मैं ये भी अज तुहानूं कहंदा जावां कि अज हरसिमरत कौर ने अपने कैबिनेट बर्थ तो उन्होंने इस्तीफा देता है और मैं समझदा कि ये तो वही मुहावरा हो गया कि ऊपर से लड़ाई और अंदर से भाई भाई। ये नूरा कुश्ती का खेड खेडिया जा रहा। मैं ये मनण नूं तैयार नहीं कि हरसिमरत कौर जो कैबिनेट दे विच ऑर्डीनेंस आया सी तो ऑर्डीनेंस दे विच हरसिमरत कौर उस वेले कैबिनेट च की उन्होंने पढ़िया नहीं। मैं मनण नूं तैयार नहीं कि उन्होंने पढ़ना नहीं आता। जेड़ी पार्टी ने पिछले पंजाब च पिछले 20 साल 15 साल हुकूमत की होवे, मैं नहीं समझता कि उन्होंने ये नहीं होना कि ऑर्डीनेंस होया की है। दूसरा की हुंदा है कि जो ऑर्डीनेंस नूं बिल की शक्ल च लियाउणा हुंदा है, कैबिनेट दे विच फिर ये इजाजत लैनी पैंदी कि ऑर्डीनेंस जिहड़ा इहनूं 4 महीने 6 महीने हो गए ते ये असीं हुण कैबिनेट पार्लीमेंट च लैके जावांगे। उस वेले भी हरसिमरत कौर नूं ये याद नहीं आया कि असीं मैं उस वेले इहदा विरोध करां। ਜਦੋਂ ਉਹਨਾਂ ਨੇ ਦੇਖਿਆ ਕਿ ਪੰਜਾਬ ਦੇ ਵਿੱਚ ਲੋਕਾਂ ਦਾ ਜਿਹੜਾ ਰੋਸ ਹੈ ਜਾਂ ਲੋਕਾਂ ਦਾ ਜਿਹੜਾ ਰੋਹ ਹੈ ਇੱਕ ਹੱਦ ਤੋਂ ਵੱਧ ਟੱਪ ਗਿਆ, ਸਾਡੀ ਜਿਹੜੀ ਹੁਣ ਜਿਹਨੂੰ ਸਿਆਸੀ ਪੋਲੀਟੀਕਲ ਸਰਵਾਈਵਲ ਜਿਹੜਾ ਉਹ ਸਟੇਕ ਤੇ ਆ ਗਿਆ, ਤਾਂ ਉਹਨਾਂ ਨੇ ਕੱਲ ਰਾਤ ਜਿਹੜਾ ਹੈ ਇਹ ਅਸਤੀਫਾ ਦਿੱਤਾ। ਉਹ ਕਹਿੰਦੇ ਵੀ ਝੂਠ ਜਮਾ ਝੂਠ ਇਜ਼ ਇਕੁਅਲ ਟੂ ਝੂਠ, ਸਿਫਰ ਜਮਾ ਸਿਫਰ ਇਜ਼ ਇਕੁਅਲ टू सिफर। ये सम टोटल है अकाली दल की गेम। अकाली दल एक होर भी इतराज ला रहा है कि पंजाब सरकार जिहड़ी है ये हाई पावर्ड कमेटी की मैंबर सी और उस हाई पावर्ड कमेटी दे विच एक मीटिंग फाइनेंस मिनिस्टर ने भी अटेंड की और शायद ਉਹਦੇ ਵਿੱਚ ਇਹ ਦਸਤਖਤ ਕਰਿਆ ਹੈ, पंजाब सरकार दस्तखत करिया कि हाँ सानू ये ऑर्डीनेंस मंजूर है। सब मैं क्योंकि ये तो हो सकता है कि कोई किसी अवामी जलसे च गल कह देनी, सियासी शोखाबाजी, ये तो गल मनण नूं तैयार है कि किसी ने कोई कुछ भी कहता तो लोगों ने मान लिया। पर मैं थोड़े सुनने वालियां नूं याद कराउंदा जावां कि जिहड़ियां इस किस्म दियां जिथे चीफ मिनिस्टर सूबियां दे बहिंदे है, प्राइम मिनिस्टर बहिंदे है या यूनियन मिनिस्टर्स बहिंदे है, वो जिहड़ियां मीटिंग्स होंदियां उन्हां दे मिनट्स तैयार कीते जाते। हर बंदा जो लफ्ज बोलता है वो हू बहू उवें लिख लिया जाता है और वो जिहड़ा उत्थे जिहड़ी मीटिंग च मैं गया सी ਉਹਦੇ मिनट्स जिहड़े है मैं नाल लेके आया और ये मिनट्स जिहड़े है मैं पढ़ के तो नहीं सुनावांगा क्योंकि अंग्रेजी च लिखे हुए है, पर मैं प्रैस नूं दे दांगा, ਉਹਦੇ ਚ ਤੁਸੀਂ पढ़ लिया जे। सब तो पहला मेरा बयान है कि MSP खत्म नहीं होनी चाहिए। दूसरा है कि जे तुसी कोई बदल चाहते हो फसल च तो जिहड़ा मक्की है, मक्की नूं एथनॉल जिहड़ा कि पेट्रोल का एक हिस्सा बन जाता है ਉਹਦੇ ਚ पाया जाए। तीजा हैगा कि एग्रीकल्चरल रिसर्च जिहड़ी है, जो ताईं रिसर्च नहीं होएगी, नवे बी नहीं आउणगे, गवर्नमेंट ऑफ इंडिया इहदे वास्ते स्टेटां नूं पैसे देवे। चौथा मैं गल कही सी कि जिहड़ा इंसैक्टीसाइड एक्ट है, ਜਿਹੜਾ ਜਾਲੀ ਸਪਰੇਆਂ ਵਗੈਰਾ ਹੁੰਦੀਆਂ 1968 ਦਾ ਬਣਿਆ ਹੋਇਆ, ਇਹਦੇ ਚ ਸਟੇਟ ਗਵਰਨਮੈਂਟ ਦੀਆਂ ਪਾਵਰਾਂ ਘੱਟ ਹੈ, ਇਹਦੇ ਵਿੱਚ ਕੋਈ ਤਰਮੀਮ ਲਿਆਂਦੀ ਜਾਵੇ। ਚੌਥੀ ਮੈਂ ਗੱਲ ਕਹੀ ਸੀ ਕਿ ਜਿਹੜੀ ਫਸਲ ਬੀਮਾ ਯੋਜਨਾ ਹੈ ਇਹ ਪੰਜਾਬ ਨੂੰ ਸੂਟ ਨਹੀਂ ਕਰਦੀ,
ਇਹਦਾ ਜਿਹੜੇ ਪੈਰਾਮੀਟਰਸ ਬਦਲੇ ਜਾਣ। ਮੈਂ ਉਹਨਾਂ ਨੂੰ ਇਹ ਵੀ ਕਿਹਾ ਸੀ ਕਿ ਜਿਹੜੇ ਭਾਰਤ ਸਰਕਾਰ ਬਾਹਰਲੇ ਮੁਲਕਾਂ ਨਾਲ ਇੰਟਰਨੈਸ਼ਨਲ ਐਗਰੀਮੈਂਟ ਕਰਦੀ ਹੈ, ਭਾਵੇਂ ਉਹ ਦੁੱਧ ਤੇ ਕਰਦੀ ਹੈ, ਭਾਵੇਂ ਐਗਰੀਕਲਚਰ ਤੇ ਕਰਦੀ ਹੈ, ਸਟੇਟਾਂ ਨੂੰ ਜ਼ਰੂਰ ਇਤਮਾਦ 'ਚ ਲਿਆ ਜਾਵੇ। ਔਰ ਮੈਂ ਇਹ ਵੀ ਗੱਲ ਕਹੀ ਸੀ ਕਿ ਜਿੰਨੀ ਰਿਸਰਚ ਹੋ ਰਹੀ ਹੈ ਕਣਕ ਤੇ ਝੋਨੇ ਤੇ ਤਾਂ ਹੋ ਰਹੀ ਹੈ, ਪਰ ਜਿਹੜੀਆਂ ਦੂਸਰੀਆਂ ਫਸਲਾਂ ਹੈ, ਚਾਹੇ ਉਹ ਚਨਾ ਹੈ, ਉਹ ਮੂੰਗੀ ਹੈ, ਸਰਸੋਂ ਹੈ, ਉਹਦੇ ਤੇ ਰਿਸਰਚ ਜਿਹੜੀ ਹੈ ਹੋਰ ਹੋਣ ਦੀ ਲੋੜ ਹੈ। ਮੈਂ ਆਪਣੇ ਜਿਹੜੇ ਮਿੰਟਸ ਹੈ ਪਹਿਲਾਂ ਤਾਂ ਇਹ ਤੁਹਾਨੂੰ ਦੇ ਕੇ ਜਾਊਂਗਾ। ਦੂਸਰਾ, ਜਿਹੜੀਆਂ ਪੰਜਾਬ ਨੇ, ਫਿਰ ਅਸੀਂ ਉਹਨਾਂ ਨੂੰ ਕਿਹਾ ਕਿ ਅਸੀਂ ਤੁਹਾਨੂੰ ਲਿਖਤੀ ਜਵਾਬ ਦੇਵਾਂਗੇ। ਹਾਲਾਂਕਿ ਇਹ ਗੱਲ ਆਰਡੀਨੈਂਸਸ ਲਿਆਉਣ ਦੀ ਗੱਲ ਸਿਰਫ 3 ਮੀਟਿੰਗਾਂ ਹੋਈਆਂ, ਇੱਕ 'ਚ ਤਾਂ ਪੰਜਾਬ ਮੈਂਬਰ ਹੀ ਨਹੀਂ ਸੀਗਾ, ਇੱਕ ਦੇ ਵਿੱਚ ਮੈਂ ਗਿਆ ਸੀ, ਔਰ ਤੀਸਰੀ ਅਫਸਰਾਂ ਦੇ ਲੈਵਲ ਤੇ ਹੋਈ। ਜਿਹੜੀ ਪੰਜਾਬ ਸਰਕਾਰ ਨੇ ਚਿੱਠੀ ਭੇਜੀ, ਮੈਂ ਚਿੱਠੀ ਦੀ ਕਾਪੀ ਵੀ ਤੁਹਾਨੂੰ ਦੇ ਜਾਂਦਾ, ਔਰ ਜਿਹੜੇ ਮੇਰੇ ਮਿੰਟਸ ਹੈ ਉਹਦੀ ਵੀ ਦੇ ਜਾਊਂਗਾ। ਔਰ ਮੈਨੂੰ ਲੱਗਦਾ ਹੈ ਵੀ ਭਾਵੇਂ ਕੋਈ ਵੀ ਸਿਆਸੀ ਬੰਦਾ ਹੈ ਇਹ ਮੰਨਣ ਨੂੰ ਤਿਆਰ ਨਹੀਂ ਹੋਏਗਾ ਕਿ ਜਿਹਦੇ ਨਾਲ ਪੰਜਾਬ ਦੇ ਕਿਸਾਨ ਨੂੰ ਲਾਸ ਹੁੰਦਾ ਹੋਵੇ, ਔਰ ਖਾਸ ਕਰਕੇ ਕਿਸਾਨ ਜਿੱਥੇ 4000 ਕਰੋੜ ਰੁਪਏ ਦਾ ਪੰਜਾਬ ਦੇ ਖਜ਼ਾਨੇ ਨੂੰ ਨੁਕਸਾਨ ਹੁੰਦਾ ਹੋਵੇ, ਪੰਜਾਬ ਸਰਕਾਰ ਉਸ ਗੱਲ ਤੇ ਰਜ਼ਾਮੰਦ ਜਾਂ ਦਸਤਖਤ ਕਰਕੇ ਆਇਓ। ਦਸਤਖਤ ਤਾਂ ਖੈਰ ਹੁੰਦੇ ਹੀ ਨਹੀਂ, ਕੰਸਲਟੇਸ਼ਨ ਹੁੰਦੀ ਹੈ, ਮਿੰਟਸ ਬਣੇ ਹੁੰਦੇ ਆ। ਔਰ ਇਹਨਾਂ ਦੇ ਕਹਿਣ ਦੇ ਮੁਤਾਬਕ ਇਹ ਵੀ ਮੰਨ ਲਈਏ ਕਿ ਅਸੀਂ ਆਰਡੀਨੈਂਸਾਂ 'ਚ ਬੈਠੇ ਰਹੇ, ਅਕਾਲੀ ਦਲ ਬੈਠਾ ਰਿਹਾ, ਕਿਉਂਕਿ ਸਾਡੀ ਮੋਦੀ ਜੀ ਨੇ ਜਾਂ ਬੀਜੇਪੀ ਨੇ ਸੁਣੀ ਨਹੀਂ। ਤੇ ਜੇ ਥੋੜੀ ਨਹੀਂ ਸੁਣੀ ਤਾਂ ਕਾਂਗਰਸ ਜਿਹੜੀ ਹੈ ਮੁਖਾਲਫ ਜਮਾਤ ਹੈ, ਉਹ ਕੀ ਕਹਿੰਦੇ, ਕਾਂਗਰਸ ਦੇ ਕਹਿਣ ਤੇ ਇਹ ਬਣਾਉਣਗੇ। ਸੋ ਇਹ ਮਜ਼ਕਾ ਖੇਡ ਉਹਨਾਂ ਦਾ ਬਿਆਨ ਹੈ। ਔਰ ਮੈਨੂੰ ਲੱਗਦਾ ਹੈ ਕਿ ਹਰ ਵੇਲੇ ਅਕਾਲੀ ਦਲ ਦੀ ਜਿਹੜੀ ਕੋਸ਼ਿਸ਼ ਰਹੀ ਹੈ, ਉਹ ਅੰਗਰੇਜ਼ੀ ਦਾ ਮੁਹਾਵਰਾ ਹੈ ਕਿ ਤੁਸੀਂ ਹਰ ਵੇਲੇ ਖਰਗੋਸ਼ਾਂ ਨਾਲ ਨਹੀਂ ਭੱਜ ਸਕਦੇ, ਤੇ ਹਰ ਵੇਲੇ ਜਿਹੜੇ ਖਰਗੋਸ਼ਾਂ ਦਾ ਸ਼ਿਕਾਰ ਕਰਦੇ ਆ ਉਹਨਾਂ ਨਾਲ ਜਾਂ ਖਰਗੋਸ਼ਾਂ ਕੰਨੀ ਹੋ ਜਾਓ ਜਾਂ ਸ਼ਿਕਾਰੀਆਂ ਕੰਨੀ ਹੋ, ਦੋਨਾਂ ਕੰਨੀ ਰਹਿਣਾ ਮੁਸ਼ਕਿਲ ਹੈ। ਔਰ ਜਿਸ ਤਰ੍ਹਾਂ ਮੈਂ ਕਿਹਾ ਕਿ ਇਹ ਜਿਹੜਾ ਨੂਰਾ ਕੁश्ती ਦਾ खेल है कि ये कैसे हो सकता है कि अकाली दल का एक हाथ तो मोदी जी के घुटनों पे है और दूसरा मोदी जी के गिरेबान पे। मैं थोड़े पैरों ਨੂੰ ਵੀ ਹੱਥ ਲਾਈ ਜਾਂਦਾ ਤੇ ਥੋੜੇ ਮੈਂ ਕਮੀਜ਼ ਦੇ ਜਿਹੜਾ ਉਹਨੂੰ ਵੀ ਫੜਿਆ ਹੋਇਆ। ਇਹ ਨਹੀਂ ਹੋ ਸਕਦਾ, ਜਾਂ ਮੋਦੀ ਜੀ ਦੇ ਪੈਰਾਂ ਨੂੰ ਹੱਥ ਲਾ ਲਓ ਤੇ ਜਾਂ ਫਿਰ ਤੁਸੀਂ ਮੋਦੀ ਜੀ ਦੇ ਕੁੜਤੇ ਨੂੰ ਹੱਥ ਪਾ ਲਓ। ਇਹਨਾਂ ਚੋਂ ਇੱਕ ਹੋਊਗਾ ਸੁਖਬੀਰ ਬਾਦਲ। 1997 ਨੇ ਗੱਠਜੋੜ ਰਿਹਾ ਅਕਾਲੀ ਦਲ ਤੇ ਬੀਜੇਪੀ ਦਾ, ਤੇ ਤੁਸੀਂ ਕੀ ਮੰਨਦੇ ਹੁਣ ਅੱਡ ਹੋਣਗੇ ਜੀ ਬੀਜੇਪੀ ਦੇ ਅਕਾਲੀ ਦਲ? ਸਾਹਿਬ ਇਹ ਤਾਂ ਹੁਣ ਪਰਮਾਤਮਾ ਜਾਣਦਾ, ਪਰ ਪਤਾ ਨਹੀਂ ਕਿਉਂ ਹੈ, ਕਿਉਂਕਿ ਮੇਰਾ ਦਿਲ ਹੁਣ ਇਸ ਗੱਲ ਦੀ ਗਵਾਹੀ ਦੇ ਰਿਹਾ ਕਿ ਹਰਸਿਮਰਤ ਕੌਰ ਤਾਂ ਹੁਣ ਅਗਲੇ ਜਨਮ 'ਚ ਮਿਨਿਸਟਰ ਬਣਨਗੇ, ਹੁਣ ਇਸ ਜਨਮ ਵਾਲਾ ਤਾਂ ਖਤਮ।